ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਸ੍ਰੀ ਰਾਗ ਕਬੀਰ ਜਿਉ ਕਾ। ਏਕ ਸਵਾਨ ਕੇ ਕਰ ਗਾਵਣਾ, ਜਨੀ ਜਾਨਤ ਸਤ ਬੜਾ ਹੋਤ ਹੈ। इतना को ना जाने जे दिन दिन अवध घटत है। मोर मोर कर अधिक लाड तर, पेकत ही जमराव हसे। ऐसा तैं जग भरम लाया, कैसे बूढ़े जब मोया है माया रहाओ। कहत कबीर छोड़ बिख्या रस, इत संगत नेचो मरना। रमैया जपो प्राणी, अनत जीवन बाणी। इन बिद पाप सागर तरना, जा तिस पावे ता लागे पाओ। परम पलावा विचो जाए, उपजे सहज ज्ञान मत जागे। गुर प्रसाद अंतर लिव लागे, इस संगत नाही मरना। हुक्म पछाण ता खसमे मिलना रहाओ दूजा। उपजे सहज ज्ञान मत जागे, गुर प्रसाद अंतर लिव लागे। इत संगत नाही मरना, हुक्म पछाण ਤਾਂ ਖਸਮੇ ਮਿਲਣਾ ਰਹਾਓ ਦੂਜਾ। ਗੁਰੂ ਜੀ ਕਹਿੰਦੇ ਹਨ ਕਿ ਇਸ ਸ਼ਬਦ ਵਿੱਚ ਏਕ ਸਵਾਨ ਕੇ ਘਰ ਗਾਵਣਾ ਤੋਂ ਭਾਵ ਹੈ ਕਿ ਇਸ ਸ਼ਬਦ ਨੂੰ ਇਸੇ ਰਾਗ ਵਿੱਚ ਗਾਉਣਾ ਹੈ, ਜਿਸ ਦਾ ਆਰੰਭ ਏਕ ਸਵਾਨ ਕੇ ਕਰ ਗਾਵਣਾ, ਏਕ ਸਵਾਨ ਦੋ ਅਸਵਾਨੀ ਨਾਲ ਤੁਕ ਨਾਲ ਹੁੰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਇੰਨੀ ਗੱਲ ਨਹੀਂ ਸਮਝਦੀ ਕਿ ਜਿਉਂ-ਜਿਉਂ ਦਿਨ ਬੀਤ ਰਹੇ ਹਨ, ਪੁੱਤਰ ਦੀ ਉਮਰ ਘਟ ਰਹੀ ਹੈ। ਉਹ ਇਉਂ ਆਖਦੀ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ ਹੈ, ਅਤੇ ਉਸ ਨਾਲ ਬੜਾ ਲਾਡ ਪਿਆਰ ਕਰਦੀ ਹੈ। ਪਰ ਮਾਂ ਦੀ ਇਸ ਮਮਤਾ ਨੂੰ ਵੇਖ ਵੇਖ ਕੇ ਜਮਰਾਜ ਹੱਸਦਾ ਹੈ। ਹੇ ਪ੍ਰਭੂ, ਇਸ ਤਰ੍ਹਾਂ ਤੂੰ ਸੰਸਾਰ ਨੂੰ ਭੁਲੇਖੇ ਭਰਮ ਵਿੱਚ ਪਾਇਆ ਹੋਇਆ ਹੈ, ਪਰ ਸੰਸਾਰ ਇਸ ਗੱਲ ਨੂੰ ਕਿਵੇਂ ਸਮਝੇ, ਜਦ ਕਿ ਉਹ ਮਾਇਆ ਦਾ ਮੋਹਿਆ ਹੋਇਆ ਹੈ। ਕਬੀਰ ਜੀ ਆਖਦੇ ਹਨ ਕਿ ਹੇ ਪ੍ਰਾਣੀ, ਮਾਇਆ ਦੇ ਚਸਕੇ ਛੱਡ ਦੇ। ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰੂਰ ਆਤਮ ਮੌਤ ਹੁੰਦੀ ਹੈ, ਭਾਵ ਆਤਮਾ ਮੁਰਦਾ ਹੋ ਜਾਂਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਾਣੀ, ਸਰਬਤਰ ਰਮਣ ਕਰਨ ਵਾਲੇ ਪ੍ਰਭੂ ਦੇ ਨਾਮ ਨੂੰ ਸਿਮਰੋ, ਕਿਉਂਕਿ ਪ੍ਰਭੂ ਭਜਣ ਵਾਲੀ ਬਾਣੀ ਸਥਾਈ ਜੀਵਨ ਬਖਸ਼ਣ ਵਾਲੀ ਹੈ। ਇਸ ਤਰੀਕੇ ਨਾਲ ਸੰਸਾਰ ਸਾਗਰ ਤੋਂ ਤਰ ਜਾਈਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ ਜੀਵ ਦਾ ਪਿਆਰ ਉਸ ਨਾਲ ਪੈਂਦਾ ਹੈ ਅਤੇ ਭਰਮ ਭੁਲੇਖਾ ਮਨ ਅੰਦਰੋਂ ਚਲਾ ਜਾਂਦਾ ਹੈ, ਜਿਸ ਦੇ ਫਲਸਰੂਪ ਸਹਿਜ ਅਵਸਥਾ ਪੈਦਾ ਹੁੰਦੀ ਹੈ ਅਤੇ ਬ੍ਰਹਮ ਗਿਆਨ ਵਾਲੀ ਬੁੱਧੀ ਜਾਗਰਤ ਹੋ ਜਾਂਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਪ੍ਰਾਣੀ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਸੰਪਰਕ
ਕਾਰਨ ਆਤਮਿਕ ਤੌਰ 'ਤੇ ਮਰਨਾ ਨਹੀਂ ਪੈਂਦਾ। ਪਰਮਾਤਮਾ ਦੇ ਹੁਕਮ ਨੂੰ ਪਛਾਣਨ ਨਾਲ ਹੀ ਗੁਰੂ ਨਾਲ ਮਿਲਾਪ ਸੰਭਵ ਹੋ ਸਕਦਾ ਹੈ, ਕਿਉਂਕਿ ਜਿਉਂ-ਜਿਉਂ ਜੀਵ ਪ੍ਰਭੂ ਦੇ ਹੁਕਮ ਨੂੰ ਪਛਾਣਦਾ ਹੈ ਤਾਂ ਇਸ ਪ੍ਰਭੂ ਨਾਲ ਉਸਦਾ ਮਿਲਾਪ ਹੋ ਜਾਂਦਾ ਹੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਇਹ ਵੀ ਸਮਝਾਉਂਦੇ ਹਨ ਕਿ ਜਦੋਂ ਇਸ ਸ਼ਬਦ ਨੂੰ ਗਾਉਣਾ ਹੈ ਤਾਂ ਏਕ ਸਵਾਨ ਕੇ ਘਰ ਵਿੱਚ ਗਾਇਨ ਕਰਨਾ ਹੈ। ਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਵਿੱਚ ਹਰ ਪਾਸੇ ਮਾਇਆ ਦਾ ਮੋਹ ਪਸਰਿਆ ਨਜ਼ਰ ਆਉਂਦਾ ਹੈ। ਇਸ ਵਿੱਚੋਂ ਨਿਕਲਣ ਵਾਸਤੇ ਭਗਤ ਕਬੀਰ ਜੀ ਨੇ ਸਾਡੇ ਸਾਹਮਣੇ ਦੋ ਪੱਖ ਰੱਖੇ ਹਨ। ਨਾਉ ਦੋਹਾਂ ਦਾ ਹੀ ਸੰਗਤ ਹੈ, ਪਰ ਇਸ ਸੰਗਤ ਪਦ ਦੇ ਭੇਦ ਨੂੰ ਖੋਲ੍ਹਣ ਲਈ ਇਸ ਸ਼ਬਦ ਵਿੱਚ ਦੋ ਰਹਾਉ ਵਰਤੇ ਗਏ ਹਨ। ਪਹਿਲੇ ਰਹਾਉ ਵਿੱਚ ਸੰਗਤ ਦਾ ਫਲ ਇਹ ਲਿਖਿਆ ਹੈ, ਇਤ ਸੰਗਤ ਨੇਚਿਓ ਮਰਣਾ, ਅਤੇ ਦੂਜੇ ਰਹਾਉ ਵਿੱਚ ਦਸੀ ਸੰਗਤ ਦਾ ਵਰਣਨ ਕੀਤਾ ਹੈ ਕਿ ਇਤ ਸੰਗਤ ਨਾ ਹੀ ਮਰਨਾ। ਧੀਆਂ ਪੁੱਤਰਾਂ ਦੇ ਪਿਆਰ ਵਾਲੀ ਅਤੇ ਵਿਸ਼ੇ ਵਿਕਾਰਾਂ ਦੇ ਮੋਹ ਮਾਇਆ ਦੀ ਸੰਗਤ ਵਿੱਚ ਅਵਸ਼ੀ ਮਰਨਾ ਹੁੰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕਿਸੇ ਰੋਗ ਵਿੱਚ ਗਰਸਿਆ ਹੋਇਆ ਪ੍ਰਾਣੀ ਰੱਬ ਦਾ ਨਾਮ ਲੈਂਦਾ ਹੈ, ਪਰ ਵਿਸ਼ੇ ਵਿਕਾਰਾਂ ਵਿੱਚ ਮਸਤ ਹੋਏ ਮਨੁੱਖ ਨੂੰ ਰੱਬੀ ਨਾਮ ਦਾ ਕੋਈ ਚਿੱਤ ਚੇਤਾ ਨਹੀਂ ਹੁੰਦਾ। ਦੂਜੇ ਰਹਾਅ ਵਿੱਚ ਦੱਸੀ ਸੰਗਤ ਉਹ ਹੈ ਜਿਸ ਵਿੱਚ ਮੌਤ ਦਾ ਨਾਮੋ ਨਿਸ਼ਾਨ ਨਹੀਂ ਹੈ, ਸਿਰਫ ਜੀਵਨ ਹੀ ਜੀਵਨ ਹੈ। ਸੱਚੀ ਸੰਗਤ ਵਿੱਚ ਸ਼ਬਦ ਸਿਮਰਨ ਦੇ ਅਭਿਆਸ ਨਾਲ ਸੁਰਤ ਦਾ ਚੜ੍ਹਦੀ ਕਲਾ ਵਿੱਚ ਰਹਿਣਾ ਆਵਸ਼ਕ ਹੈ। ਇਸ ਲਈ ਸਾਖਤ ਵਿਸ਼ਈ ਪੁਰਸ਼ਾਂ ਦਾ ਸੰਗ ਛੱਡ ਕੇ ਸੰਤ ਲੋਕਾਂ ਦੀ ਸੰਗਤ ਵਿੱਚ ਰਹਿਣਾ ਗੁਰਮਤਿ ਦੀ ਨਿਸ਼ਾਨੀ ਹੈ। ਭਗਤ ਕਬੀਰ ਜੀ ਆਪਣੇ ਰਚਿਤ ਸਲੋਕਾਂ ਵਿੱਚ ਦੋਵਾਂ ਸੰਗਤਾਂ ਦਾ ਟਾਕਰਾ ਕਰਕੇ ਦੋਵਾਂ ਦਾ ਫਲ ਦੱਸ ਕੇ ਤੱਤ ਵਿਚਾਰ ਨੂੰ ਉਪਦੇਸ਼ ਰੂਪ ਵਿੱਚ ਸਾਡੇ ਸਾਹਮਣੇ ਨਿਰੂਪਣ ਕਰ ਰਹੇ ਹਨ, ਤਾਂ ਜੋ ਅਸੀਂ ਸਤ ਮਾਰਗ ਦੇ ਧਾਰਨੀ ਹੋ ਕੇ ਆਪਣਾ ਮਨੁੱਖੀ ਜੀਵਨ ਸਫਲ ਕਰਨ ਦੇ ਯੋਗ ਬਣ ਸਕੀਏ। ਸੱਚੀ ਸੰਗਤ ਵਿੱਚ ਗਿਆਨ ਬੁੱਧੀ ਪ੍ਰਗਸਾਦੀ ਅਤੇ ਹਿਰਦੇ ਵਿੱਚ ਸਾਈਂ ਨਾਲ ਸੱਚੀ ਲਿਵ ਜੁੜਦੀ ਹੈ। ਗੁਰੂ ਦੇ ਹੁਕਮ ਪਛਾਣ ਤੇ ਹੀ ਪ੍ਰਭੂ ਨਾਲ ਅਭੇਦ ਹੁੰਦਾ ਹੈ ਔਰ ਪਿਆਰ ਪੈਂਦਾ ਹੈ। ਫਿਰ ਅਖੀਰ ਵਿੱਚ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਕਿਸ ਤਰ੍ਹਾਂ ਸਾਨੂੰ ਗੁਰੂ ਦਾ ਨਾਮ, ਪ੍ਰਮਾਤਮਾ ਦਾ ਨਾਮ ਜਪਣਾ ਹੈ। ਕਹਿੰਦੇ ਹਨ, ਰਮਈਆ ਜਪੋ ਪੁਰਾਣੀ, ਅਨੰਤ ਜੀਵਨ ਬਾਣੀ, ਇਨ ਬਿਧ ਭਵ ਸਾਗਰ ਤਰਨਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।